ਸਾਧ ਸੰਗਤ ਜੀ, ਗੁਰੂ ਸਾਧ ਸੰਗਤ ਜੀ, ਸੰਗਤ ਹਰ ਪ੍ਰਭ ਸੇ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਆਪਾਂ ਵਾਹਿਗੁਰੂ ਦਾ ਜਾਪ ਕਰਕੇ ਆਪਣਾ ਜਨਮ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ
ਅਸੀਂ ਹੁਣ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂਵਾਲੇ ਦੇ ਜੀਵਨ ਤੇ ਆਪਣਾ ਚਾਤ ਭਰੀ ਉਹਨਾਂ ਨੇ ਕੀ ਪਰ ਕੀਤੇ ਨੇ ਕਿ ਜਨਮ ਜਾ ਕੇ ਖਾਲਸੇ ਦੀ ਕਿੰਨੀ ਸੇਵਾ ਕੀਤੀ ਹੈ। ਗੁਰਬਾਣੀ ਦੇ ਵਿਆਖਿਆ ਪ੍ਰਣਾਲੀ ਦੇ 10ਵੀਂ ਟਕਸਾਲ ਦੀ ਪਿੰਡਰਾਂਵਾਲੀ ਸ਼ਾਖਾ ਦਾ ਆਰੰਭ ਕਰਨ ਵਾਲੇ ਸੰਤ ਸੁੰਦਰ ਸਿੰਘ ਜੀ ਦਾ ਜਨਮ ਬਾਬਾ ਖਜਾਨ ਸਿੰਘ ਦੇ ਘਰ ਮਾਈ ਮਹਿਤਾਬ ਕੌਰ ਦੀ ਕੁੱਖੋਂ 18 ਅਗਸਤ 1883 ਈਸਵੀ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪਿੰਡਰਾ ਕਲਾਂ ਵਿੱਚ ਹੋਇਆ। ਆਪ ਜੀ ਨੇ ਮੁੱਢਲੀ ਧਾਰਮਿਕ ਵਿਦਿਆ ਆਪਣੇ ਪਿਤਾ ਅਤੇ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਤੋਂ ਹਾਸਲ ਕੀਤੀ। ਆਪ ਜੀ ਦੀ ਮਾਤਾ ਪਿਤਾ ਜੀ ਦੋਵੇਂ ਹੀ ਬੜੇ ਭਜਨੀ ਅਤੇ ਨਾਮ ਬਾਣੀ ਦੇ ਅਭਿਆਸੀ ਸਨ। ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ 9 ਸਾਲ ਦੀ ਉਮਰ ਵਿੱਚ ਹੀ 5 ਗ੍ਰੰਥੀ ਭਗਤ ਬਾਣੀ ਅਤੇ 22 ਦੀਆਂ ਸੰਸਥਾ ਕਰਾ ਦਿੱਤੀ ਅਤੇ 10 ਸਾਲ ਦੀ ਉਮਰ ਵਿੱਚ ਹੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਪਿੰਡ ਦਾਦ ਦੇ ਉਦਾਸੀ ਸੰਤ ਪੰਡਤ ਜਵਾਲਾ ਦਾਸ ਜੀ ਤੇ ਪੰਡਤ ਭਗਤ ਰਾਮ ਜੀ ਰਾਹੀਂ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਵੀ ਕੀਤਾ। ਆਪ ਜੀ ਗੁਰਮਤਿ ਦਰਸ਼ਨ ਨੂੰ ਸਮਝਣ ਲਈ ਮਾਲਵਾ ਖੇਤਰ ਦੇ ਕਈ ਵਿਦਵਾਨਾਂ ਕੋਲ ਗਏ ਅਤੇ ਅੰਮ੍ਰਿਤਸਰ ਵੀ ਗਏ, ਪਰ ਕਿਤਿਓਂ ਵੀ ਸੰਤੁਸ਼ਟ ਨਾ ਹੋਏ ਅਤੇ ਆਖਰ ਸਨ 1906 ਈਸਵੀ ਵਿੱਚ ਆਪ ਜੀ ਪੱਛਮੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਰਾਲਾ ਪਿੰਡ ਵਿੱਚ ਸੰਤ ਵਿਸ਼ਨ ਜੀ ਦੇ ਸੇਵਕ ਬਣੇ ਅਤੇ 2 ਸਾਲ ਉੱਥੇ ਰਹਿ ਕੇ ਗੁਰਮਤਿ ਵਿਦਿਆ ਦਾ ਅਧਿਐਨ ਕੀਤਾ। ਸੰਤ ਵਿਸ਼ਨ ਸਿੰਘ ਜੀ ਅਕਾਲ ਜਾਣੇ ਤੋਂ ਪਹਿਲਾਂ ਆਪਣੇ ਡੇਰੇ ਦਾ ਮੁਖੀ ਆਪ ਜੀ ਨੂੰ ਥਾਪ ਗਏ ਅਤੇ ਆਪ ਜੀ ਨੂੰ ਸਿੱਖੀ ਦਾ ਪ੍ਰਸਾਰ ਕਰਨ ਦੀ ਹਿਦਾਇਤ ਕੀਤੀ। ਤਾਂ ਸੰਤ ਬਾਬਾ ਬਿਸ਼ਨ ਸਿੰਘ ਜੀ ਦੇ ਚਲਾਣੇ ਤੋਂ ਬਾਅਦ 50 ਸਿੰਘਾਂ ਦਾ ਜਥਾ ਬਣਾ ਕੇ ਆਪ ਜੀ ਨੇ ਸਿੱਖੀ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਜ਼ਿਆਦਾਤਰ ਪੋਠੋਹਾਰ, ਮਾਲਵਾ ਅਤੇ ਲਾਇਲਪੁਰ ਦੇ ਇਲਾਕਿਆਂ ਵਿੱਚ ਥਾਂ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਆਪ ਜੀ ਨੇ ਹਜ਼ਾਰਾਂ ਪ੍ਰੇਮੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਬਾਬਾ ਸੁੰਦਰ ਸਿੰਘ ਜੀ ਪੰਜਾਬ ਤੋਂ ਬਾਹਰ 2 ਵਾਰ ਹੋਰ ਸੂਬਿਆਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਇਤਿਹਾਸ ਗੁਰਦੁਆਰਾ ਸਥਾਪਨ ਜਿਵੇਂ ਕਿ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਆਦਿ ਸਥਾਨਾਂ 'ਤੇ ਵੀ ਗਏ। ਉਹਨਾਂ ਦੇ ਦਰਸ਼ਨ ਕੀਤੇ ਤੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ। 1905 ਈਸਵੀ ਦੀਆਂ ਗਰਮੀਆਂ ਵਿੱਚ ਆਪ ਜੀ ਨੇ ਕਸ਼ਮੀਰ ਦਾ ਦੌਰਾ ਕਰਕੇ ਸਿੱਖੀ ਨੂੰ ਖੂਬ ਪ੍ਰਚਾਰਿਆ। ਕਥਾ ਕਰਨ ਵਿੱਚ ਆਪ ਜੀ ਦੀ ਵਿਸ਼ੇਸ਼ ਰੁਚੀ ਸੀ ਅਤੇ ਆਪ ਜੀ ਦੇ ਬਚਪਨ ਵਿੱਚ ਬੜੀ ਕਸ਼ਿਸ਼ ਤੇ ਖਿੱਚ ਹੁੰਦੀ ਸੀ। ਸਰੋਤਾ ਆਪ ਜੀ ਦੇ ਵਚਨ ਸੁਣ ਕੇ ਪ੍ਰਭਾਵਿਤ ਹੁੰਦੇ ਸਨ, ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਹੋਏ। ਆਪ ਜੀ ਨੇ ਆਪਣੇ 1300 ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਵਿੱਚ ਨਿਪੁੰਨ ਬਣਾਉਣ ਲਈ ਉਹਨਾਂ ਨੂੰ 19 ਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਕੇ ਸੁਣਾਈ ਤੇ ਸਮਝਾਈ ਅਤੇ 2 ਵਾਰ 10 ਗ੍ਰੰਥ ਦੀ ਕਥਾ ਵੀ ਕਰਕੇ ਸੁਣਾਈ। ਇਸ ਤੋਂ ਇਲਾਵਾ ਆਪ ਜੀ ਨੇ ਆਪਣੇ ਵਿਦਿਆਰਥੀਆਂ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਕਿਰਤ ਸਵਈਏ ਦੇ ਅਰਥਾਂ ਵਿੱਚ ਵੀ ਨਿਪੁੰਨ ਕੀਤਾ ਅਤੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਵਿਆਖਿਆ ਕਰਨੀ ਵੀ ਸਿਖਾਈ। ਆਪ ਜੀ ਜਿੱਥੇ ਵੀ ਪ੍ਰਚਾਰ ਲਈ ਜਾਂਦੇ ਆਪਣੇ ਨਾਲ 25 ਵਿਦਿਆਰਥੀ ਹਮੇਸ਼ਾ ਰੱਖਦੇ ਅਤੇ ਆਪ ਜੀ ਹਮੇਸ਼ਾ ਪੈਦਲ ਹੀ ਸਫ਼ਰ ਕਰਿਆ ਕਰਦੇ ਸਨ। ਗ੍ਰੰਥਾਂ ਦੇ ਟਰੰਕ ਆਪ ਜੀ ਦੇ
ਵਿਦਿਆਰਥੀਆਂ ਨੇ ਸਿਰਾਂ 'ਤੇ ਝੁਕੇ ਹੁੰਦੇ ਅਤੇ ਆਪ ਜੀ ਜਿੱਥੋਂ ਵੀ ਲੰਘਦੇ ਲੋਕੀ ਆਪ ਜੀ ਦਾ ਬੜਾ ਸਤਿਕਾਰ ਕਰਦੇ ਸਨ। ਆਪ ਜੀ ਆਪਣੇ ਵਿਦਿਆਰਥੀਆਂ ਨੂੰ ਪਹਿਲਾਂ ਗੁਰਬਾਣੀ ਦੀ ਸੰਥਿਆ ਕਿਸੇ ਯੋਗ ਪਾਠੀ ਤੋਂ ਕਰਕੇ ਆਉਣ ਲਈ ਕਹਿੰਦੇ ਤੇ ਫਿਰ ਗੁਰਬਾਣੀ ਦੀ ਕਥਾ ਉਹਨਾਂ ਨੂੰ ਆਪ ਸੁਣਾਉਂਦੇ। ਆਪ ਜੀ ਵੱਲੋਂ ਵਿਦਿਆਰਥੀਆਂ ਨੂੰ ਹਦਾਇਤ ਸੀ ਕਿ ਉਹਨਾਂ ਨੂੰ 5 ਬਾਣੀਆਂ ਤੋਂ ਇਲਾਵਾ 5 ਗ੍ਰੰਥੀ ਜ਼ੁਬਾਨੀ ਕੰਠ ਹੋਣੀ ਚਾਹੀਦੀ ਹੈ। ਆਪ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਿਆ ਕਰਦੇ ਸਨ ਤਾਂ ਕਈ ਵਾਰ ਇੱਕ ਸ਼ਬਦ ਦੀ ਵਿਆਖਿਆ 'ਤੇ ਹੀ ਕਈ ਘੰਟੇ ਸਮਾਂ ਲਗਾ ਦਿੰਦੇ ਤੇ ਇੱਕ ਸ਼ਬਦ ਦੇ ਹੀ ਕਈ ਅਰਥ ਕਰਕੇ ਸਰੋਤਿਆਂ ਨੂੰ ਸਮਝਾਉਂਦੇ ਅਤੇ ਨਾਲ ਹੀ ਵਚਨ ਕਰਦੇ ਕਿ ਗੁਰਬਾਣੀ ਅਗਾਧ ਬੋਧ ਹੈ, ਇਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਆਪ ਜੀ ਨੇ ਪਿੰਡਰ ਕਲਾਂ, ਬੋਪਾ ਰਾਏ ਅਤੇ ਤਖਤੂਪੁਰਾ ਆਦਿ ਕਈ ਥਾਵਾਂ 'ਤੇ ਗੁਰਮਤਿ ਅਧਿਐਨ ਦੇ ਕੇਂਦਰ ਸਥਾਪਿਤ ਕੀਤੇ। ਇਸ ਤੋਂ ਇਲਾਵਾ ਆਪ ਜੀ ਨੇ ਮੋਗੇ ਦੇ ਨੇੜੇ ਰੋਡੇ ਪਿੰਡ ਵਿੱਚ ਗੁਰੂ ਤੇਗ ਬਹਾਦਰ ਸਕੂਲ ਦੀ ਸਥਾਪਨਾ ਕੀਤੀ, ਜੋ ਕਿ ਹੁਣ ਕਾਲਜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਆਪ ਜੀ ਨੇ ਪਿੰਡਰ ਕਲਾਂ, ਕੋਕਰੀ ਕਲਾਂ, ਬੋਪਾ ਰਾਏ ਕਲਾਂ, ਤਖਤੂਪੁਰਾ ਅਤੇ ਰਾਏਕੋਟ ਆਦਿ ਕਸਬਿਆਂ ਵਿੱਚ ਵੀ ਸਕੂਲ ਸਥਾਪਿਤ ਕੀਤੇ। ਗੁਰਮਤਿ ਵਿਆਖਿਆ ਤੋਂ ਇਲਾਵਾ ਆਪ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ ਅਤੇ ਮੁਕਤਸਰ ਤੇ ਹੇਰਾਂ ਦੇ ਗੁਰੂ ਧਾਮਾਂ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀਵਾਨ ਵਿੱਚ ਮੁੱਖ ਫਰਜ਼ ਨਿਭਾਇਆ। 20 ਫਰਵਰੀ 1921 ਨੂੰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਆਪ ਜੀ ਆਪਣੇ ਸਿੰਘਾਂ ਸਮੇਤ ਤੁਰੰਤ ਉੱਥੇ ਜਾ ਪਹੁੰਚੇ। ਇਸ ਤੋਂ ਇਲਾਵਾ ਆਪ ਜੀ ਗੁਰੂ ਕੇ ਬਾਗ ਦੇ ਮੋਰਚੇ ਅਤੇ ਜੈਤੋ ਦੇ ਮੋਰਚੇ ਵਿੱਚ ਵੀ ਸ਼ਾਮਲ ਹੋਏ। ਅੰਗਰੇਜ਼ ਆਪ ਜੀ ਦੀ ਨਿਡਰਤਾ ਅਤੇ ਬਹਾਦਰੀ ਤੋਂ ਬੜਾ ਪ੍ਰਭਾਵਿਤ ਹੋਏ। ਆਪ ਜੀ ਨੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੀ ਪਰਿਕਰਮਾ ਪੱਕੀ ਕਰਵਾਉਣ ਦੀ ਸੇਵਾ ਕਰਵਾਈ। ਆਪ ਜੀ ਨੇ ਸਾਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਅਤੇ ਗੁਰਬਾਣੀ ਦੀ ਵਿਆਖਿਆ ਵਿੱਚ ਲਗਾ ਦਿੱਤਾ। 15 ਫਰਵਰੀ 1930 ਈਸਵੀ ਨੂੰ ਆਪ ਜੀ ਗੁਰਦੁਆਰਾ ਸੱਚਖੰਡ ਬੋਪਾ ਰਾਏ ਕਲਾਂ ਵਿੱਚ ਅਕਾਲ ਚਲਾਣਾ ਕਰ ਗਏ। ਅਕਾਲ ਚਲਾਣਾ ਕਰਨ ਤੋਂ ਪਹਿਲਾਂ ਆਪ ਜੀ ਨੇ ਆਪਣੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਜਗ੍ਹਾ 'ਤੇ ਆਪਣੇ ਸੇਵਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਨਿਯੁਕਤ ਕਰ ਦਿੱਤਾ। ਆਪ ਜੀ ਦੇ ਪ੍ਰਚਾਰ ਪ੍ਰਸਾਰ ਸਦਕਾ ਦਮਦਮੀ ਟਕਸਾਲ ਦੀ ਹੋਂਦ ਇੱਕ ਨਵੇਂ ਰੂਪ ਵਿੱਚ ਪ੍ਰਗਟ ਹੋਈ ਤੇ ਉਦੋਂ ਤੋਂ ਲੈ ਕੇ ਇਸ ਸੰਸਥਾ ਵੱਲੋਂ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਪਿੰਡਰਾਂਵਾਲਾ ਦਾ ਜੀਵਨ। ਉਹਨਾਂ ਨੇ ਬੜੇ ਪਰਉਪਕਾਰ ਕੀਤੇ ਗੁਰਮੁਖ ਨੂੰ। ਸਾਰ ਉਹਨਾਂ ਦੀ ਟਕਸਾਲ ਨੇ ਜੋ ਗੁਰਮਤਿ ਦਾ ਪ੍ਰਚਾਰ ਕੀਤਾ, ਜੋ ਸੰਸਥਾ ਦਵਾਈ ਗੁਰੂ ਗ੍ਰੰਥ ਸਾਹਿਬ ਜੀ, ਉਹ ਕਹਿਣ ਤੋਂ ਬਾਹਰ ਹੈ। ਬਹੁਤ ਇੰਨਾ ਪ੍ਰਚਾਰ ਕਰਨ ਤੋਂ ਬਾਅਦ ਉਹਨਾਂ ਨੇ ਕਹਾਂ ਵੀ ਇਹ ਲਹਿਰ ਬਹੁਤ ਚੰਗੀ ਤਰ੍ਹਾਂ ਚਲਾਈ। ਗੁਰਮੁਖੋ ਅਸੀਂ ਵੀ ਇਸ ਤੋਂ ਸਬਕ ਸਿੱਖੀਏ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ। ਰੋਜ਼ ਪੜ੍ਹਨੇ ਆ, ਪਈ ਪ੍ਰਾਪਤ ਮਨੁੱਖ ਦੇ ਹੋਈਆ, ਗੋਬਿੰਦ ਮੈਨੂੰ ਕੀ ਤੇਰੀ ਵਰੀਆ, ਅਵਰ ਕਾ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇ ਵਰਨਾ। ਗੁਰਮੁਖੋ ਇਹ ਸੰਸਾਰ 'ਤੇ ਅਸੀਂ ਆਏ ਹਾਂ, ਜੋ ਵੀ ਅਸੀਂ ਕੰਮ ਕਰ ਰਹੇ ਹਾਂ, ਜੋ ਵੀ ਮਾਇਆ ਇਕੱਠੀ ਕਰ ਰਹੇ ਹਾਂ, ਹੋਰ ਕਾਰੋਬਾਰ ਕਰ, ਇਹ ਨਾਲ ਨਹੀਂ ਜਾਣੇ, ਨਾਲ ਇੱਕੋ ਜਾਣਾ ਆ।
ਜੋ ਕਿ ਮਹਾਰਾਜ ਰੋਜ਼ ਦੱਸਦੇ ਸਾਨੂੰ ਤੈਨੂੰ ਇਨਸਾਨ ਦੀ ਜੂਨੀ ਮਿਲਣੀ ਹੈ ਪਈ ਪ੍ਰਾਪਤ ਨੂੰ ਜਿਹੜੀ ਆ ਗੋਬਿੰਦ ਮਿਲਣ ਕੇ ਤੇਰੀ ਬੜੀ ਦਾ ਮਤਲਬ ਆ ਇਹ ਇਨਸਾਨ ਤੈਨੂੰ ਰੱਬ ਨੇ ਮਨੁੱਖੀ ਜਾਮਾ ਦਿੱਤਾ ਹੈ ਜਿਹਦੇ ਵਿੱਚ ਆਪ ਨਾਮ ਬਾਣੀ ਸਿਮਰਨ ਕਰਕੇ ਨਾਮ ਉਹਦੇ ਨਾਲ ਮਿਲਾਪ ਕਰ ਸਕਦੇ ਹੋ ਅੰਦਰ ਆਤਮਾ ਨਾਲ ਆਪਣਾ ਜੁੜ ਸਕਦੇ ਹੋ ਗੁਰਮੁਖ ਆਓ ਅਸੀਂ ਸਾਰੇ ਜਣੇ ਉਪਰਾਲਾ ਕਰਕੇ ਆਪਣਾ ਜੀਵਨ ਸਫਲਾ ਕਰੀਏ ਉਹਦਾ ਇੱਕੋ ਢੰਗ ਆ ਅੰਮ੍ਰਿਤ ਵੇਲੇ ਉੱਠੀਏ ਸੂਰਜ ਚੜ੍ਹਨ ਤੋਂ ਘੱਟੋ ਘੱਟ 3 ਘੰਟੇ ਪਹਿਲੇ ਉੱਠੀਏ ਫਿਰ ਇਸ਼ਨਾਨ ਕਰੀਏ ਉਸ ਤੋਂ ਬਾਅਦ ਆਪਣਾ ਪੰਜਾਂ ਬਾਣੀ ਦਾ ਨਿਤਨੇਮ ਕਰੀਏ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਖਿਆ ਕਰੀਏ ਆਪਣਾ ਗਿਆਨ ਲਈਏ ਗੁਰੂ ਸਾਹਿਬ ਦੇ ਵਾਕਾਂ ਨੂੰ ਸੁਣੀਏ ਗੁਰੂ ਗ੍ਰੰਥ ਦਾ ਪਾਠ ਕਰੀਏ ਆਪਣਾ ਜੀਵਨ ਅੱਛੀ ਤਰ੍ਹਾਂ ਨਿਭਾਈਏ ਫਿਰ ਚੜ੍ਹਦੇ ਦਿਵਸ ਵਿੱਚ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ ਚੱਲਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਨਾਮ ਜਪਦੇ ਰਹੀਏ ਔਰ ਪਰਉਪਕਾਰ ਦੇ ਕੰਮ ਕਰਕੇ ਇਸ ਸੰਸਾਰ ਤੋਂ ਆਪਣਾ ਜੀਵਨ ਸਫਲ ਕਰਕੇ ਗੁਰੂ ਚਰਨਾਂ ਵਿੱਚ ਜਾ ਵੜ ਜੀਏ ਇਹ ਹੈ ਸਿੱਖ ਦੀ ਰਹਿਣੀ ਬਹਿਣੀ ਹੈ ਕਿਉਂਕਿ ਰੋਜ਼ ਪੜ੍ਹਨੇ ਆ ਪਈ ਪ੍ਰਾਪਤ ਮਨੁੱਖ ਦੇ ਹੋਈਆ ਗੋਬਿੰਦ ਮਿਲਣ ਕੇ ਦਰੀਆ ਇਨਸਾਨ ਤੈਨੂੰ ਆਪਣਾ ਸਰੀਰ ਦਿੱਤਾ ਪਰਮਾਤਮਾ ਨੇ ਵਾਹਿਗੁਰੂ ਦੀ ਆਪਣੇ ਜਾਪ ਲਈ ਔਰ ਤੂੰ ਆਪਣਾ ਜਨਮ ਤਾਈਓ ਸਫਲਾ ਕਰ ਸਕਦਾ ਜੇ ਮਨ ਵੇਚੇ ਸਤਿਗੁਰੂ ਕੇ ਪਾ ਤੇ ਸੇਵਕ ਕੇ ਕਾਰਜ ਮਨ ਨੂੰ ਅਵਤਾਰ ਕੋਲ ਵੇਚ ਦੇ ਅੰਦਰ ਆਤਮਾ ਨਾਲ ਜੁੜ ਜਾ ਇਹ ਸੰਸਾਰ ਦੀ ਯਾਤਰਾ ਸਫਲ ਪਈ ਸਫਲ ਯਾਤਰਾ ਆਵਨ ਨਾ ਰਹਿ ਮਿਲੇ ਸਾਦਾ ਇਹ ਕਰਕੇ ਇਹ ਸੰਸਾਰ ਤੋਂ ਆਪਣਾ ਜੀਵਨ ਸਫਲਾ ਕਰਕੇ ਜਾਏਗਾ ਤੇ ਉਹ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਮੇਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।